ਤੁਸੀਂ ਦੱਸੋ ਸਲਾਬਤਪੁਰ ਵਾਲੇ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਿੱਧਰੋਂ ਜਾ ਕੇ ਬੰਦ ਕਿਉਂ ਕੀਤੀ ਗਈ? 2012 ਦੇ ਵਿੱਚ ਉਹ ਕੇਸ ਨੂੰ ਕਿਹੜੇ ਅਫਸਰਾਂ ਦੇ ਕਹਿਣ ਤੇ ਬੰਦ ਹੋਇਆ? ਕਿਹੜੇ ਸਰਕਾਰੀ ਵਕੀਲਾਂ ਨੇ ਕੋਰਟ ਦੇ ਵਿੱਚ ਗਲਤ ਐਫੀਡੇਵਿਟ ਦਿੱਤੇ ਵੀ ਉੱਥੇ ਕੁਝ ਹੋਇਆ ਹੀ ਨਹੀਂ, ਇਹ ਜੁਰਮ ਬਣਦਾ ਹੀ ਨਹੀਂ। ਸਿੱਖ ਕਹੋ ਤੇ ਇਹ ਬੜੀ ਮੰਦਭਾਗੀ ਔਰ ਸਰਕਾਰਾਂ ਦੇ ਉੱਤੇ ਮਤਲਬ ਵੱਡੇ ਸਵਾਲ ਸੀਗੇ ਕਿ ਤੁਸੀਂ ਵੋਟਾਂ ਕਰਕੇ ਤੁਸੀਂ ਇੱਕ ਸੈਂਟੀਮੈਂਟ ਨੂੰ ਬਿਲਕੁਲ ਖਤਮ ਹੀ ਕਰ ਦਿੱਤਾ ਗਿਆ। ਔਰ ਮੇਰੇ ਹਿਸਾਬ ਨਾਲ ਇਸ ਤੋਂ ਮੰਦਭਾਗਾ ਸ਼ਾਇਦ ਸਿੱਖ ਕੌਮ ਵਾਸਤੇ ਕੁਝ ਹੋ ਨਹੀਂ ਸਕਦਾ। ਜਿਵੇਂ ਸੁਖਬੀਰ ਸਿੰਘ ਬਾਦਲ ਹੋਣੇ, ਅਕਾਲੀ ਦਲ ਦੇ ਕਈ ਲੀਡਰ, ਬੀਜੇਪੀ ਦੇ ਕਈ ਲੀਡਰ, ਈਵਨ ਕੈਪਟਨ ਅਮਰਿੰਦਰ ਸਿੰਘ ਵੀ ਡੇਰੇ ਤੇ ਜਾ ਕੇ ਵੋਟਾਂ ਦੀ ਅਪੀਲ ਕਰਦੇ ਰਹੇ ਨੇ ਕਿ ਉਹ ਠੀਕ ਹੈ। ਲੀਡਰਾਂ ਨੇ ਤਾਂ ਹਟਣਾ ਨਹੀਂ। 500 ਪਲੱਸ ਵਾਅਦੇ ਕੀਤੇ ਗਏ ਸੀ, 562 ਤੇ 436 ਪਤਾ ਨਹੀਂ 432 ਇੰਨੇ ਕਹਿੰਦੇ ਪੂਰੇ ਹੋਏ ਨੇ, ਲੇਕਿਨ ਪੰਜਾਬੀਆਂ ਨੂੰ ਮੇਰੇ ਖਿਆਲ ਪਤਾ ਲੱਗਦਾ ਹੀ ਨਹੀਂ ਪਿਆ ਪੂਰੇ ਕਿਹੜੇ ਕਿਹੜੇ ਹੋਏ ਨੇ। ਦੋ ਸਾਧਵੀਆਂ ਦੇ ਨਾਲ ਬਲਾਤਕਾਰ ਦੇ ਮਾਮਲੇ ਦੇ ਵਿੱਚ ਤੇ ਮਰਹੂਮ ਪੱਤਰਕਾਰ ਛਤਰਪਤੀ ਦੇ ਕਤਲ ਦੇ ਮਾਮਲੇ ਦੇ ਵਿੱਚ ਸਜ਼ਾ ਕੱਟ ਰਹੇ ਡੇਰਾ ਸਾਧ ਵੱਲੋਂ ਰਚਾਏ ਸਵਾਂਗ ਤੇ ਸਿਆਸਤ ਲਗਾਤਾਰ ਜਾਰੀ ਹੈ। ਤੇ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਇਸ ਬਾਰੇ ਜ਼ਿਆਦਾ ਗੱਲਬਾਤ ਲਈ ਸਾਡੇ ਨਾਲ ਮੌਜੂਦ ਨੇ ਬਰਿੰਦਰ ਢਿੱਲੋਂ। ਉਹਦਾ ਬਾਅਦ ਦੱਸਾਂਗੇ ਬਤੌਰ ਸਿੱਖ। ਢਿੱਲੋਂ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ ਜੋ ਇਹ ਸਵਾਂਗ ਰਚਿਆ ਗਿਆ, ਮਕਸਦ ਕੀ ਸੀ ਇਸ ਦੇ ਪਿੱਛੇ? ਕੁਛ ਸਾਡੀ ਉਮਰ ਉਦੋਂ ਬਹੁਤ ਘੱਟ ਸੀਗੀ, ਲੇਕਿਨ ਉਦੋਂ ਵੀ ਇਸ ਚੀਜ਼ ਨੂੰ ਬੜਾ ਮਤਲਬ ਇੱਕ ਤਰ੍ਹਾਂ ਤੋਂ ਝੁਝਲਾ ਦੇਣ ਵਾਲੀ ਗੱਲ ਸੀ ਵੀ ਇੱਕ ਬੰਦਾ ਆ ਕੇ ਤੁਸੀਂ ਇੱਕਦਮ ਸਾਡੇ ਗੁਰੂਆਂ ਦੀ ਇਸ ਤਰੀਕੇ ਨਾਲ ਗੱਲ ਕਰ ਜੇ ਔਰ ਪੁਲਿਸ ਬਾਅਦ 'ਚ ਪਰਚਾ ਵੀ ਦਰਜ ਹੋਵੇ ਔਰ ਹੌਲੀ ਹੌਲੀ ਦੇਖਦੇ ਦੇਖਦੇ ਉਹ ਬਿਲਕੁਲ ਉਹਨੂੰ ਬਾਇੱਜ਼ਤ ਬਰੀ ਕਰ ਦਿੱਤਾ ਜਾਵੇ, ਉਹਦਾ ਕੇਸ ਹੀ ਬੰਦ ਕਰ ਦਿੱਤਾ ਜਾਵੇ। ਮਤਲਬ ਅਗਰ ਤੁਸੀਂ ਐਜ਼ ਅ ਸਿੱਖ ਕਹੋ ਤੇ ਇਹ ਬੜੀ ਮੰਦਭਾਗੀ ਔਰ ਸਰਕਾਰਾਂ ਦੇ ਉੱਤੇ ਮਤਲਬ ਵੱਡੇ ਸਵਾਲ ਸੀਗੇ ਕਿ ਤੁਸੀਂ ਵੋਟਾਂ ਕਰਕੇ ਤੁਸੀਂ ਇੱਕ ਸੈਂਟੀਮੈਂਟ ਨੂੰ ਬਿਲਕੁਲ ਖਤਮ ਹੀ ਕਰ ਦਿੱਤਾ ਗਿਆ। ਔਰ ਮੇਰੇ ਹਿਸਾਬ ਨਾਲ ਇਸ ਤੋਂ ਮੰਦਭਾਗਾ ਸ਼ਾਇਦ ਸਿੱਖ ਕੌਮ ਵਾਸਤੇ ਕੁਝ ਹੋ ਨਹੀਂ ਸਕਦਾ ਸੀ। ਤੇ ਹੁਣ ਵੀ ਮੁੜ ਕੇ ਇਹ ਸਵਾਲ ਤੁਸੀਂ ਕਹਿ ਸਕਦੇ ਹੋ ਜਾਂ ਫਿਰ ਇਹ ਸਵਾਂਗ ਜਿਹੜਾ ਉਹਦੇ ਕੋਲ ਵੱਲੋਂ ਰਚਿਆ ਗਿਆ ਸੀਗਾ ਉਹ ਬਾਰ-ਬਾਰ ਇੱਕ ਸਿਆਸੀ ਮੁੱਦਾ ਬਣ ਜਾਂਦਾ ਹੈ। ਤੇ ਹੁਣ ਮੈਂ ਤੁਹਾਨੂੰ ਬਤੌਰ ਯੂਥ ਕਾਂਗਰਸ ਦੇ ਪੰਜਾਬ ਪ੍ਰਧਾਨ ਵਜੋਂ ਸਵਾਲ ਕਰ ਰਿਹਾ ਕਿ ਹੁਣ ਬਾਰ-ਬਾਰ ਇਸ ਮੁੱਦੇ ਦਾ ਸਾਹਮਣੇ ਆਉਣਾ, ਇਹਦੇ ਵਿੱਚ ਸਿਰਫ ਸਿਆਸਤ ਹੈ ਜਾਂ ਕੁਝ ਹੋਰ? ਹਰ ਚੀਜ਼ ਨੂੰ ਆਪਾਂ ਸਿਆਸਤ ਨਾਲ ਕਿਉਂ ਜੋੜ ਦਈਦਾ? ਸਿਆਸਤ ਅਸੀਂ ਕਰਦੇ ਹਾਂ। ਸਿਆਸਤ ਕੀ ਹੁੰਦੀ ਆ? ਸਿਆਸਤ ਇੱਕ ਵੇ ਆਫ ਲਾਈਫ ਆ, ਲੋਕਾਂ ਤੱਕ ਆਪਣੀ ਗੱਲਾਂ ਪਹੁੰਚਾਉਣ ਦਾ ਔਰ ਲੋਕਾਂ ਦੇ ਕੰਮ ਪੂਰੇ ਕਰਨ ਦਾ। ਸਿਆਸੀ ਮੁੱਦਾ ਇਹਨੂੰ ਕੋਈ ਕਹਿ ਦਿੰਦਾ। ਸਿਆਸਤ ਇੱਕ ਚੰਗਾ ਮਾੜਾ ਸ਼ਬਦ ਨਹੀਂ ਹੈਗਾ, ਸਿਆਸਤ ਇੱਕ ਚੰਗਾ ਸ਼ਬਦ ਆ। ਔਰ ਸਿਆਸਤ ਦੇ ਵਿੱਚ ਇਹੋ ਜਿਹੇ ਮੁੱਦਿਆਂ ਨੂੰ ਲੈ ਕੇ ਆਉਣਾ ਇਹ ਹਰ ਪਾਰਟੀਆਂ ਦਾ ਫਰਜ਼ ਆ, ਲੋਕਾਂ ਦੇ ਵਿੱਚ ਲੈ ਕੇ ਜਾਣਾ। ਜਿਹੜੇ ਲੋਕਾਂ ਦਾ ਸੈਂਟੀਮੈਂਟ ਆ, ਲੋਕ ਆਪਣੀ ਜ਼ਿੰਦਗੀਆਂ ਦੇ ਵਿੱਚ ਰੋਜ਼ ਉਲਝੇ ਰਹਿੰਦੇ ਆ, ਉਹਨਾਂ ਨੂੰ ਨਹੀਂ ਪਤਾ ਵੀ ਇਹਦਾ ਕੀ ਕਰਨਾ। ਇਹ ਸਿਆਸੀ ਪਾਰਟੀਆਂ ਦਾ ਔਰ ਸਰਕਾਰਾਂ ਦਾ ਫਰਜ਼ ਆ ਵੀ ਜਿਹੜੇ ਲੋਕ ਇਹੋ ਜਿਹਾ ਘਿਨੌਨਾ ਕੰਮ ਕਰਦੇ ਆ ਉਹਨਾਂ ਨੂੰ ਸਜ਼ਾ ਦਿਵਾਉਣੀ ਔਰ ਉਹਨਾਂ ਨੂੰ ਆਪਣਾ ਕਠਘਰੇ 'ਚ ਖੜਾ ਕਰਨਾ ਔਰ ਲੋਕਾਂ ਨੂੰ ਇਨਸਾਫ ਦਿਵਾਉਣਾ, ਲੋਕਾਂ ਦੀ ਸੈਂਟੀਮੈਂਟ ਨੂੰ ਉਹਨਾਂ ਦੇ ਫੁੱਲ ਚੜਾਉਣੇ, ਇਹ ਸਰਕਾਰਾਂ ਦਾ। ਲੇਕਿਨ ਆਪਣੇ ਤੁਸੀਂ ਕਹਿ ਸਕਦੇ ਆਪਣੇ ਫਾਇਦੇ ਨੂੰ ਜਦ ਦਿਲ ਕੀਤਾ ਮੁੱਦੇ ਨੂੰ ਉਛਾਲ ਲਿਆ, ਜਦ ਦਿਲ ਕੀਤਾ ਮੁੱਦੇ ਨੂੰ ਢਿੱਲਾ ਛੱਡਤਿਆ। ਇਹ ਫਿਰ ਅਜਿਹਾ ਕਿਉਂ? ਜਦ ਤੱਕ ਇਨਸਾਫ ਨਹੀਂ ਮਿਲਿਆ ਆਵਾਜ਼ ਬੁਲੰਦ ਰੱਖੋ। ਬਿਲਕੁਲ ਆਵਾਜ਼ ਬੁਲੰਦਾ, ਸਦਾ ਹੀ ਬੁਲੰਦਾ। ਹੁਣ ਇਹ ਨਵੀਆਂ ਫਾਈਂਡਿੰਗਸ ਆ ਰਹੀਆਂ, ਨਵੀਆਂ ਅਸੀਂ ਚੀਜ਼ਾਂ ਵੇਖੀਆਂ। ਤੁਸੀਂ ਵੇਖੋ ਸਲਾਬਤਪੁਰ ਵਾਲਾ ਕੇਸ ਬਿਲਕੁਲ ਉਡਾ ਹੀ ਦਿੱਤਾ ਇਹਨਾਂ ਨੇ। ਉਹ ਤਾਂ ਆਪਣਾ ਕੋਰਟ ਵਿੱਚ ਜਾ ਕੇ ਅਕਾਲੀ ਦਲ ਦੇ ਹੁਣ ਪੜ੍ਹੀ ਦਾ ਨਾ ਐਫੀਡੇਵਿਟ ਕਢਾਏ, ਸਾਰੀਆਂ ਗੱਲਾਂ ਕਢਾਈਆਂ, ਉਹ ਤਾਂ ਬੇਅਦਬੀ ਮੇਨ ਮੁੱਦਾ ਬਣ ਗਿਆ ਸੀਗਾ। ਲੇਕਿਨ ਹੁਣ ਤੁਸੀਂ ਅਗਰ ਆਉਣ ਵਾਲੇ ਸਮੇਂ 'ਚ ਵੇਖੋ ਕਿਸ ਤਰੀਕੇ ਨਾਲ ਇਹ ਪਤਾ ਚੱਲਿਆ, ਐਫੀਡੇਵਿਟ ਪੜ੍ਹੇ ਗਏ। ਸਾਡੇ ਸਾਥੀਆਂ ਨੇ ਆਪਣਾ ਬੈਠੇ ਦਲਜੀਤ ਜੀ, ਇਹਨਾਂ ਨੇ ਬੜੀ ਰਿਸਰਚ ਕੀਤੀ ਹੈ ਸਾਰੀ ਚੀਜ਼ ਦੇ ਉੱਤੇ, ਆਪਣਾ ਕੀ ਕਹਿੰਦੇ ਸਾਰਾ ਕੁਝ ਸਾਹਮਣੇ ਲਿਆਂਦਾ ਔਰ ਫਿਰ ਉਹਨੂੰ ਅਸੀਂ ਸਿਆਸੀ ਲੋਕਾਂ ਦੇ ਵਿੱਚ, ਸਿਆਸੀ ਪਾਰਟੀਆਂ ਦੇ ਰਾਹੀਂ, ਆਪਣੇ ਜਥੇਬੰਦੀਆਂ ਰਾਹੀਂ ਉਹਨੂੰ ਲੋਕਾਂ ਦੇ ਵਿੱਚ ਉਜਾਗਰ ਕੀਤਾ। ਔਰ ਹੁਣ ਫਿਰ ਦੁਬਾਰਾ ਲੋਕਾਂ ਜਾਵਾਂਗੇ ਵੀ ਤੁਸੀਂ ਦੱਸੋ ਸਲਾਬਤਪੁਰ ਵਾਲੇ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਕਿੱਧਰੋਂ ਜਾ ਕੇ ਬੰਦ ਕਿਉਂ ਕੀਤੀ ਗਈ? 2012 ਦੇ ਵਿੱਚ ਉਹ ਕੇਸ ਨੂੰ ਕਿਹੜੇ ਅਫਸਰਾਂ ਦੇ ਕਹਿਣ ਤੇ ਬੰਦ ਹੋਇਆ? ਕਿਹੜੇ ਸਰਕਾਰੀ ਵਕੀਲਾਂ ਨੇ ਕੋਰਟ ਦੇ ਵਿੱਚ ਗਲਤ ਐਫੀਡੇਵਿਟ ਦਿੱਤੇ ਵੀ ਉੱਥੇ ਕੁਝ ਹੋਇਆ ਹੀ ਨਹੀਂ, ਇਹ ਜੁਰਮ ਬਣਦਾ ਹੀ ਨਹੀਂ। ਸੋ ਇਸ ਚੀਜ਼ ਦੀ ਬਹਿਸ ਨੂੰ ਛੇੜ ਕੇ ਅੱਜ ਦੇ ਮੁੱਦੇ ਦੇ ਵਿੱਚ ਅੱਜ ਉਹ ਜ਼ਰੂਰੀ ਆ। ਉਦੋਂ ਤਾਂ ਹੌਲੀ ਹੌਲੀ ਉਹ ਸ਼ਾਂਤ ਹੋ ਰਿਹਾ ਸੀ, ਫਿਰ ਉਹਨਾਂ ਨੇ ਬੇਅਦਬੀ ਕਰਤੀ, ਫਿਰ ਉਹ ਦੁਬਾਰਾ ਇੱਕਦਮ ਲਾਈਮਲਾਈਟ 'ਚ ਆ ਗਏ। ਸੋ ਅੱਜ ਤੋਂ ਵਧੀਆ ਸਮਾਂ ਹੈ ਹੀ ਨਹੀਂ ਇਸ ਮੁੱਦੇ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣ ਦਾ ਔਰ ਲੋਕਾਂ ਤੋਂ ਸੱਚ ਪਤਾ ਕਰਨ ਦਾ। ਜੋ ਪੁਲਿਸ ਇਨਵੈਸਟੀਗੇਸ਼ਨ ਔਰ ਕ੍ਰਾਈਮ ਕਰ ਰਹੀ ਆ, ਅਕਾਲੀ ਦਲ ਜਿਹੜੀ ਪਾਰਟੀ ਆ, ਪੰਥਕ ਪਾਰਟੀ ਆ, ਪ੍ਰਿੰਸੀਪਲਸ ਦੇ ਉੱਤੇ ਜਿਹੜੀ ਦੇ ਬਣੇ ਆ, ਇਹ ਉਸੇ ਪ੍ਰਿੰਸੀਪਲਸ ਤੋਂ ਡਾਇਵਰਟ ਹੋ ਕੇ ਲੋਕਾਂ ਨੂੰ ਦੱਸਣਾ ਵਾ ਵੀ ਕਿਵੇਂ ਇਹ ਪ੍ਰਿੰਸੀਪਲਸ ਤੋਂ ਡਾਇਵਰਟ ਹੋ ਗਏ, ਕਿਵੇਂ ਇਹਨਾਂ ਨੇ ਡੇਰੇ ਵਾਲਿਆਂ ਦੀ ਮਦਦ ਕੀਤੀ, ਕਿਵੇਂ ਇਹਨਾਂ ਨੇ ਲੋਕਾਂ ਦੇ ਵਿੱਚ ਜਾ ਕੇ ਆਪਣਾ ਇਸ ਚੀਜ਼ ਦਾ ਖਿਲਵਾੜ ਕੀਤਾ ਔਰ ਵੋਟਾਂ ਦੀ ਐਵਜ ਵਿੱਚ ਇਹਨਾਂ ਨੇ ਇਨਵੈਸਟੀਗੇਸ਼ਨ ਨੂੰ ਖੁਰਦ-ਫੁਰਦ ਕਰਕੇ ਇਹਨਾਂ ਨੇ ਤਰੋੜ ਮਰੋੜ ਕੇ ਉਸ ਇਨਸੀਡੈਂਟ ਦਾ ਬਿਲਕੁਲ ਸੱਤਿਆਨਾਸ਼ ਕਰ ਦਿੱਤਾ। ਤੁਹਾਨੂੰ ਲੱਗਦਾ ਕਿ ਇਸ ਮੁੱਦੇ ਦਾ 2022 ਦੀਆਂ ਚੋਣਾਂ ਦੇ ਵਿੱਚ ਸਿਆਸੀ ਫਾਇਦਾ ਕਾਂਗਰਸ ਨੂੰ ਜਾਂ ਸਿਆਸੀ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਨੂੰ ਹੋ ਸਕਦਾ? ਭਾਜੀ ਸਾਨੂੰ ਨਹੀਂ ਪਤਾ ਇਹਦਾ ਸਿਆਸੀ ਫਾਇਦਾ ਹੋਣਾ ਕਿ ਨੁਕਸਾਨ ਹੋਣਾ। ਅਸੀਂ ਤਾਂ ਆਪਣਾ ਇੱਕ ਫਰਜ਼ ਆ ਜੋ ਲੋਕਾਂ ਦੇ ਵਿੱਚ ਜੋ ਸੱਚ ਦੀ ਗੱਲ ਆ ਉਹ ਰੱਖਣੀ। ਲੋਕਾਂ ਨੇ ਅੱਗੇ ਦੇਖਣਾ ਵੀ ਇਹਦਾ ਅਸਲੀ
ਪਾਰਟੀਆਂ ਦਾ ਕਰੈਕਟਰ ਕੀ ਸੀ, ਚਰਿੱਤਰ ਕੀ ਸੀ, ਇਸ ਅਕਾਲੀ ਦਲ ਨੇ ਕੀ ਕੁਛ ਕੀਤਾ, ਉਹ ਸਾਡਾ ਫਰਜ਼ ਆ ਲੋਕਾਂ ਦੇ ਅੱਗੇ ਉਜਾਗਰ ਕਰਨਾ ਵੀ ਸਾਡੀ ਪਾਰਟੀ ਜਿਹੜੀ ਹੈ SIT ਦੀ ਇਨਵੈਸਟੀਗੇਸ਼ਨ ਬੜੇ ਵਧੀਆ ਤਰੀਕੇ ਨਾਲ ਕਰ ਰਹੀ ਆ। ਅਰੈਸਟ ਹੋ ਰਹੇ, ਚਲਾਨ ਪੇਸ਼ ਹੋ ਰਹੇ, ਅਫਸਰਾਂ ਤੱਕ ਪਹੁੰਚ ਹੋ ਰਹੀ ਆ, ਲੀਡਰਾਂ ਤੱਕ ਗੱਲਬਾਤ ਆ ਰਹੀ ਆ, ਔਰ ਕਿਸ ਤਰੀਕੇ ਨਾਲ ਅਕਾਲੀ ਦਲ ਨੇ ਉਦੋਂ ਸਬੂਤਾਂ ਦੇ ਤੌਰ 'ਤੇ ਫੋਟੋਆਂ, ਵੀਡੀਓ ਸਭ ਕੁਝ ਹੈਗਾ, ਪੁਲਿਸ ਇਨਵੈਸਟੀਗੇਸ਼ਨ ਸਹੀ ਹੋ ਗਈ ਹੈ, ਕਿਵੇਂ ਇਹਨਾਂ ਨੇ ਮਰੋੜ ਕੇ ਉਹਨੂੰ ਦੁਬਾਰਾ ਮੋੜ ਕੇ ਖਤਮ ਕਰ ਦਿੱਤਾ। ਉਹ ਚੀਜ਼ਾਂ ਦੇ ਉੱਤੇ ਸਵਾਲ ਚੱਕੇ ਜਾਣੇ ਚਾਹੀਦੇ ਆ। ਤੁਸੀਂ ਕਿਹਾ ਕਿ ਸਾਡਾ ਫਰਜ਼ ਹੈ ਵੀ ਅਕਾਲੀ ਦਲ ਨੇ ਉਦੋਂ ਆਪਣੀ ਸੱਤਾ ਵੇਲੇ ਕੀ ਕੁਝ ਕੀਤਾ, ਲੋਕਾਂ ਸਾਹਮਣੇ ਉਜਾਗਰ ਕਰਨਾ ਤੁਹਾਡਾ ਫਰਜ਼ ਹੈ। ਤੁਸੀਂ ਸਮਝਦੇ ਹੋ ਫਰਜ਼ ਇਹ ਵੀ ਹੈ ਕਿ ਕੈਪਟਨ ਸਾਹਿਬ ਨੂੰ ਵੀ ਸਵਾਲ ਕੀਤੇ ਜਾਣ ਵੀ ਜਦੋਂ 2017 ਦੀਆਂ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਗਏ ਉਹ ਕਿੰਨੇ ਪੂਰੇ ਹੋਏ ਨੇ ਤੇ ਕਿੰਨੇ ਰਹਿੰਦੇ ਨੇ? 100% ਸਵਾਲ ਕਰਨੇ ਚਾਹੀਦੇ ਆ, 100% ਸਵਾਲ ਕੀਤੇ ਵੀ ਨੇ ਚਾਹੀਦੇ ਔਰ ਕਰਨੇ ਵੀ ਹੋਣੇ ਚਾਹੀਦੇ, ਹੋਰ ਵੀ ਅੱਗੇ ਵੀ ਹੋਣਗੇ। ਅਸੀਂ ਜਵਾਬ ਦੇਵਾਂਗੇ, ਅਸੀਂ ਜਵਾਬਦੇਹੀ ਆ, ਸਰਕਾਰ ਜਵਾਬਦੇਹੀ ਆ, ਯੂਥ ਜਥੇਬੰਦੀਆਂ ਜਵਾਬਦੇਹੀ ਆ। ਜਿਹੜਾ ਕੋਈ ਸਵਾਲ ਹੋਊਗਾ ਉਹਦਾ ਵਿਦ ਪ੍ਰੂਫ ਵਿਦ ਫੈਕਟਸ ਉਹ ਜਵਾਬ ਦੇਵਾਂਗੇ। ਲੋਕਾਂ ਦੀ ਮਰਜ਼ੀ ਆ ਉਸ ਜਵਾਬ ਨੂੰ ਸਾਡੇ ਨੂੰ ਸਹੀ ਮੰਨਣਾ ਜਾਂ ਉਹਨਾਂ ਦੇ ਨੂੰ ਸਹੀ ਮੰਨਣਾ, ਜਾਂ ਉਹਨਾਂ ਦੇ ਸਵਾਲਾਂ ਨੂੰ ਕਿਸ ਤਰੀਕੇ ਨਾਲ, ਹਰ ਚੀਜ਼ ਦਾ ਜਵਾਬ ਦੇਵਾਂਗੇ। ਅਲਟੀਮੇਟ ਫੈਸਲਾ ਲੋਕਾਂ ਦਾ ਵਾ। ਅਸੀਂ ਕਿਸੇ ਅਸੀਂ ਸਵਾਲ ਤੋਂ ਨਹੀਂ ਭੱਜ ਰਹੇ, ਅਸੀਂ ਕਿਤੇ ਜਵਾਬ ਦੇਣ ਤੋਂ ਨਹੀਂ ਭੱਜ ਰਹੇ। ਅਸੀਂ ਹਰ ਪੱਖੋਂ ਜਿਹੜੀ ਗੱਲ ਕਰਾਂਗੇ ਸੱਚ ਦੇ ਆਧਾਰ ਤੇ ਕਰਾਂਗੇ ਔਰ ਫੈਕਟਸ ਦੇ ਉੱਤੇ ਗੱਲ ਕਰਾਂਗੇ। ਅੱਛਾ, ਅਸੀਂ ਪੱਤਰਕਾਰ ਜਿਹੜੇ ਨੇ ਉਹ ਵੀ ਇੱਕ ਚਰਚਾ ਕਰਦੇ ਨੇ ਵੀ ਹੁਣ ਸਿਆਸਤ ਦੇ ਵਿੱਚ ਨੌਜਵਾਨ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ, ਅਤੇ ਤੁਸੀਂ ਨੌਜਵਾਨ ਹੋ ਅਤੇ ਬਤੌਰ ਨੌਜਵਾਨ ਅਤੇ ਬਤੌਰ ਪ੍ਰਧਾਨ ਤੁਸੀਂ ਪੰਜਾਬ ਯੂਥ ਕਾਂਗਰਸ ਦੇ, ਤੁਹਾਨੂੰ ਕੀ ਲੱਗਦਾ ਹੈ ਕਿ ਜੋ ਡੇਰਾਵਾਦ ਹੈ ਸਿਆਸਤ ਦੇ ਵਿੱਚ ਵੜਿਆ ਹੋਇਆ ਡੇਰਾਵਾਦ ਹੋਣਾ ਚਾਹੀਦਾ ਹੈ ਜਾਂ ਫਿਰ ਨਹੀਂ? ਦੇਖੋ, ਸਿਆਸਤ ਦੇ ਵਿੱਚ ਡੇਰਿਆਂ ਦੀ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ, ਕਿਉਂਕਿ ਉਹ ਇੱਕ ਕਲਟ ਹੈਗੇ ਆ, ਉਹ ਇੱਕ ਲੋਕੀ ਬਲਾਈਂਡਲੀ ਫੋਲੋ ਕਰਦੇ ਆ। ਵੋਟਾਂ ਜਿਹੜੀਆਂ ਵਾ ਉਹ ਪਾਲਿਸੀਆਂ ਦੇ ਉੱਤੇ ਔਰ ਇਹ ਚੀਜ਼ਾਂ ਦੇ ਉੱਤੇ ਲੋਕਾਂ ਦਾ ਇੰਡੀਪੈਂਡੈਂਟ ਰਾਈਟ ਆ, ਉਹਨਾਂ ਨੂੰ ਉਸ ਤਰੀਕੇ ਨਾਲ ਵੋਟ ਕਰਨੀ ਚਾਹੀਦੀ ਹੈ। ਕਿਸੇ ਤੋਂ ਵੋਟ ਮੰਗਣਾ ਗਲਤ ਨਹੀਂ ਆ, ਲੇਕਿਨ ਡੇਰਿਆਂ ਦਾ ਇੰਟਰਫੇਰੈਂਸ ਰਾਜਨੀਤੀ ਦੇ ਵਿੱਚ ਮੇਰੇ ਹਿਸਾਬ ਨਾਲ ਨਹੀਂ ਹੋਣੀ ਚਾਹੀਦੀ। ਜਿਵੇਂ ਸੁਖਬੀਰ ਸਿੰਘ ਬਾਦਲ ਹੋਣੇ, ਅਕਾਲੀ ਦਲ ਦੇ ਕਈ ਲੀਡਰ, BJP ਦੇ ਕਈ ਲੀਡਰ, ਈਵਨ ਕੈਪਟਨ ਅਮਰਿੰਦਰ ਸਿੰਘ ਵੀ ਡੇਰੇ ਤੇ ਜਾ ਕੇ ਵੋਟਾਂ ਦੀ ਅਪੀਲ ਕਰਦੇ ਰਹੇ ਨੇ, ਕੀ ਉਹ ਠੀਕ ਹੈ? ਦੇਖੋ, ਵੋਟਰਾਂ ਪੋਲੀਟੀਸ਼ੀਅਨਾਂ ਤੇ ਅਪੀਲ ਕਰਨੀ ਆ, ਪੋਲੀਟੀਸ਼ੀਅਨ ਤਾਂ ਅੱਗੇ ਵੀ ਕਰਨਗੇ ਔਰ ਕਰਨੀ ਵੀ ਚਾਹੀਦੀ ਆ, ਕਿਉਂਕਿ ਉਹਨਾਂ ਦੀ ਫੋਲੋਇੰਗ ਆ। ਲੇਕਿਨ ਡੇਰਿਆਂ ਦੇ ਸਿਆਸੀ ਵਿੰਗ ਬਣਨੇ ਔਰ ਉਹਨਾਂ ਪੋਲੀਟੀਕਲ ਫੈਸਲੇ ਦੇ ਕੇ ਇੱਕ ਤਰਫਾ ਵੋਟ ਪਾਣੀ, ਫਿਰ ਉਹ ਜਿਹੜੀ ਹੈ ਡੈਮੋਕ੍ਰੇਸੀ ਦਾ ਕੰਮ ਮੁੜਾ ਹੁੰਦਾ। ਲੀਡਰਾਂ ਨੇ ਤਾਂ ਹਰ ਥਾਂ ਹੀ ਜਾਣਾ, ਲੀਡਰਾਂ ਨੇ ਮਾੜਿਆਂ ਕੋ ਵੀ ਜਾਣਾ, ਚੰਗਿਆਂ ਕੋ ਵੀ ਜਾਣਾ, ਵੋਟ ਮੰਗਣੀ ਆ, ਇਹ ਵੇਖਣਾ। ਲੀਡਰਾਂ ਨੇ ਤਾਂ ਹਟਣਾ ਨਹੀਂ, ਉਹਨਾਂ ਦਾ ਤਾਂ ਵੋਟਰ ਹੀ ਆ। ਸੋ ਲੀਡਰਾਂ ਨੇ ਤਾਂ ਜਾਣਾ ਹੀ ਜਾਣਾ ਵਾ। ਲੀਡਰਾਂ ਨੂੰ ਤੁਸੀਂ ਇਸ ਕਟਘਰੇ 'ਚ ਖੜਾ ਕਰਨਾ। ਹਾਂ, ਜਿਹੜਾ ਕੋਈ ਗਲਤ ਡੇਰਾ ਵਾ, ਜਿਹੜਾ ਕੋਈ ਮਤਲਬ ਮੰਨ ਲਓ ਕੋਈ ਕੰਟਰੋਵਰਸ਼ੀਅਲ ਆ, ਉੱਥੇ ਨਹੀਂ ਜਾਣਾ ਚਾਹੀਦਾ, ਉੱਥੇ ਅਵੋਇਡ ਕਰਨਾ ਚਾਹੀਦਾ। ਲੇਕਿਨ ਬਾਕੀ ਡੇਰਿਆਂ ਨੇ ਬੜਾ ਵਧੀਆ ਕੰਮ ਕਰਦੇ। ਡੇਰਿਆਂ ਦੇ ਵਿੱਚ ਕੋਈ ਆਪਣਾ ਇਹ ਤਾਂ ਨਹੀਂ ਆ ਵੀ ਆਪਾਂ ਇਹ ਕਹੀਏ ਵੀ ਹਰ ਡੇਰਾ ਹੀ ਇੱਕ ਪੱਖੋਂ ਸੋਸ਼ਲ ਵਰਕ ਕਰਦੇ ਆ, ਸੋਸ਼ਲ ਸਰਵਿਸ ਕਰਦੇ ਆ, ਲੋਕਾਂ ਨੂੰ ਸਹੀ ਸੇਧ ਦਿੰਦੇ ਆ। ਡੇਰੇ ਇੱਕ ਹਿੱਸਾ ਵਾ ਪੰਜਾਬ ਦਾ, ਲੇਕਿਨ ਉਹਦਾ ਸਿਆਸੀਕਰਨ ਕਰਨਾ ਉਹ ਗਲਤ। ਹੁਣ 2-3 ਦਿਨ ਪਹਿਲਾਂ ਤੁਹਾਡੀ ਮੀਟਿੰਗ ਹੋਈ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਨਾਲ, ਵੈਬੀਨਾਰ ਸੀ ਮੇਰੇ ਖਿਆਲ ਦੇ ਵਿੱਚ, ਕੀ ਕੁਝ ਮੁੱਦੇ ਡਿਸਕਸ ਕੀਤੇ ਗਏ ਯੂਥ ਦੇ ਨਾਲ ਕੈਪਟਨ ਸਾਹਿਬ ਵੱਲੋਂ? ਹਰ ਮੁੱਦਾ, ਹਰ ਚੀਜ਼, ਹਰ ਪੋਸੀਬਲ ਡਿਸਕਸ਼ਨ ਯੂਥ ਦੇ ਨਾਲ ਕੀਤੀ। ਜੋ ਯੂਥ ਦੀ ਡਿਮਾਂਡ ਆ ਥੱਲੇ ਤੋਂ ਉੱਪਰ ਤੱਕ ਸਾਰੀਆਂ ਗੱਲਾਂ ਕੀਤੀਆਂ ਔਰ ਕੈਪਟਨ ਸਾਹਿਬ ਨੇ ਬੜੀ ਫਰਾਕ ਦਿਲੀ ਵਿਖਾ ਕੇ ਹਰ ਚੀਜ਼ ਦਾ ਮਸਲੇ ਦਾ ਹੱਲ ਕੀਤਾ। ਉਹਨਾਂ ਨੇ ਕਿਹਾ ਵੀ ਹਾਂ ਅਸੀਂ ਆਹ ਵੀ ਕਰਾਂਗੇ, ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਔਰ ਸਾਰਾ ਕੁਝ ਉਸ ਤਰੀਕੇ ਨਾਲ ਕੀਤਾ ਗਿਆ। ਅਫਸਰਾਂ ਨੂੰ ਤੁਸੀਂ ਕਿਹਾ ਹਦਾਇਤਾਂ ਦਿੱਤੀਆਂ, ਫਿਰ ਅੱਜ ਪ੍ਰੈਸ ਕਾਨਫਰੰਸ ਕਰਨਾ ਜਾਂ ਮੀਡੀਆ ਦੇ ਵਿੱਚ ਗੱਲ ਰੱਖਣ ਤੋਂ ਬਜਾਏ ਤੁਹਾਨੂੰ ਲੱਗਿਆ ਨਹੀਂ ਕਿ ਅਫਸਰਾਂ ਨੂੰ ਪਹਿਲਾਂ ਹੀ ਹਦਾਇਤਾਂ ਹੋ ਚੁੱਕੀਆਂ ਮੀਟਿੰਗ ਦੇ ਵਿੱਚ, ਤਾਂ ਕਿਉਂ ਨਾ ਅਸੀਂ ਇਹ ਮੁੱਦਾ ਲੈ ਕੇ ਅਫਸਰਾਂ ਦੇ ਕੋਲ ਜਾਈਏ, ਕਹੀਏ ਕਿ ਬਣਦੀ ਕਾਰਵਾਈ ਕੀਤੀ ਜਾਵੇ? ਜਾਵਾਂਗੇ ਭਾਜੀ, ਲੇਕਿਨ ਸਿਆਸੀ ਪਾਰਟੀਆਂ ਨੇ ਆਪਣੇ ਲੋਕਾਂ ਨੂੰ ਵੀ ਤਾਂ ਦੱਸਣਾ ਨਾ। ਸਿਆਸੀ ਪਾਰਟੀਆਂ ਨੇ ਲੋਕਾਂ ਦੀ ਕਚਹਿਰੀ 'ਚ ਵੀ ਜਦ ਜਾਣਾ, ਲੋਕਾਂ ਨੂੰ ਤਾਂ ਦੱਸਣਾ ਵੀ ਆਹ ਮੁੱਦੇ ਆ। ਔਰ ਅਗਰ ਅਸੀਂ ਜਥੇਦਾਰ ਸਾਹਿਬ ਨੂੰ ਵੀ ਅਪੀਲ ਕੀਤੀ, ਅਸੀਂ ਇਕੱਲੇ DGP ਸਾਹਿਬ ਨੂੰ ਨਹੀਂ ਕੀਤੀ। ਅਸੀਂ ਜਥੇਦਾਰ ਸਾਹਿਬ ਨੂੰ ਇਹ ਕਿਹਾ ਵੀ ਤੁਸੀਂ ਇਹਦੇ 'ਤੇ ਗੱਲ ਕਰੋ, ਤੁਸੀਂ ਸਲਾਬਤਪੁਰ ਵਾਲੇ ਕੇਸ ਦੇ ਬਾਰੇ ਸਵਾਲ ਚੁੱਕੋ, ਤੁਸੀਂ ਪੁੱਛੋ ਉਦੋਂ ਦੇ ਹੋਮ ਮਿਨਿਸਟਰ ਨੂੰ, ਅਫਸਰਾਂ ਨੂੰ ਵੀ ਕਿਉਂ ਭਾਈ ਜੀ ਪੰਥਕ ਪਾਰਟੀ ਦੇ ਪ੍ਰਧਾਨ ਹੋ ਸੁਖਬੀਰ ਜੀ, ਤੁਹਾਡੀ ਰੇਖ ਦੇਖ ਦੇ ਵਿੱਚ ਆ ਕੀ ਖੁਰਦ-ਫੁਰਦ ਕੀਤਾ ਗਿਆ, ਕਿਉਂ ਨਹੀਂ ਤੁਸੀਂ ਸਵਾਲ ਕਰ ਸਕਦੇ? ਇੰਟਰਨਲੀ ਕਰੋ, ਬਾਹਰ ਬਹਿ ਕੇ ਕਰੋ। ਨਹੀਂ ਕਰੋਗੇ ਤਾਂ ਅਸੀਂ ਨੌਜਵਾਨਾਂ ਵਿੱਚ ਜਾ ਕੇ ਚਿੱਠੀਆਂ ਲਿਖ ਕੇ ਤੁਹਾਡੇ ਤੱਕ ਭੇਜਾਂਗੇ ਵੀ ਇਹਨਾਂ ਤੋਂ ਸਵਾਲ ਕੀਤੇ ਜਾਣ ਔਰ ਉਸੇ ਤਰੀਕੇ DGP ਸਾਹਿਬ ਨੂੰ ਕਹਾਂਗੇ ਅਫਸਰਾਂ ਦੀ ਇੰਟਰੋਗੇਸ਼ਨ ਕੀਤੀ ਜਾਵੇ। ਮੀਟਿੰਗ ਦੇ ਵਿੱਚ ਕੀ ਤੁਹਾਡੇ ਵੱਲੋਂ ਜਾਂ ਕਿਸੇ ਹੋਰ ਯੂਥ ਆਗੂ ਵੱਲੋਂ ਸਵਾਲ ਕੀਤਾ ਗਿਆ ਕੈਪਟਨ ਸਾਹਿਬ ਨੂੰ? ਪੁੱਛਿਆ ਗਿਆ ਸਵਾਲ ਤਾਂ ਚਲੋ ਕੀ ਕਰਨਾ ਹੈ, ਪੁੱਛਿਆ ਗਿਆ ਵੀ ਕੈਪਟਨ ਸਾਹਿਬ ਜਿਹੜੇ ਵਾਅਦੇ ਅਸੀਂ ਕੀਤੇ ਸੀ ਚੋਣਾਂ ਤੋਂ ਪਹਿਲਾਂ 500 ਕੁਛ ਮੇਰੇ ਖਿਆਲ 'ਚ ਵਾਅਦੇ ਸੀ ਜੋ ਮੈਨੀਫੈਸਟੋ ਦੇ ਵਿੱਚ ਸੀਗੇ, ਵੀ ਉਹਦੇ 'ਚੋਂ ਕਿੰਨੇ ਕੁ ਪੂਰੇ ਹੋ ਗਏ ਨੇ ਜਾਂ ਕਿੰਨੇ ਕੁ ਹੋ ਸਕਦੇ ਨੇ? ਲੋਕ ਜਵਾਬ ਵੀ ਮੰਗਦੇ ਨੇ ਸਾਡੇ ਕੋਲੋਂ। ਅਸੀਂ 2-3 ਮੁੱਖ ਮੁੱਦੇ ਜਿਹੜੇ ਰੱਖੇ, ਜੌਬਸ, ਡਰੱਗਸ, ਅਨਐਮਪਲੋਇਮੈਂਟ ਔਰ ਇਲੈਕਸ਼ਨਸ। ਇਹ ਚਾਰੋਂ ਅਸੀਂ ਮੁੱਦੇ ਕੈਪਟਨ ਸਾਹਿਬ ਦੇ ਅੱਗੇ ਰੱਖੇ ਵੀ ਸਰ ਇਹ ਯੂਥ ਨਾਲ ਜੁੜੇ ਹੋਏ ਮੁੱਦੇ ਆ। ਬਾਕੀ ਜਿਹੜੇ ਚੀਜ਼ਾਂ ਵਾ ਠੀਕ ਆ ਉਹ ਸਰਕਾਰ ਦੇ ਤੌਰ ਦੇ ਉੱਤੇ ਜੁੜੀਆਂ ਹੋਈਆਂ, ਉਸ ਹਿਸਾਬ ਨਾਲ ਕਰ ਸਕਦੇ ਹੋ ਤੁਸੀਂ, ਲੇਕਿਨ ਨੌਜਵਾਨਾਂ ਨਾਲ ਨਹੀਂ ਜੁੜੇ।
ਔਰ ਉਹਨਾਂ ਨੇ ਸਾਨੂੰ ਇਹਦੇ 'ਤੇ ਕਿਹਾ ਵੀ ਮੈਂ ਸਾਰਾ ਡਾਟਾ ਸਾਰਾ ਜੋ ਕੰਮ ਕੀਤਾ ਉਹ ਸਾਰੀਆਂ ਚੀਜ਼ਾਂ ਮੈਂ ਅਫਸਰਾਂ ਨੂੰ ਕਹੂੰਗਾ ਵੀ ਉਹ ਸਾਡਾ ਤੁਹਾਨੂੰ ਪ੍ਰੋਵਾਈਡ ਕਰਨ ਔਰ ਉਹਨੂੰ ਜਾ ਕੇ ਤੁਸੀਂ ਵੇਖੋ ਵੀ ਉਹ ਕਿੰਨਾ ਕੰਮ ਹੋਇਆ ਕਿੰਨਾ ਨਹੀਂ ਹੋਇਆ ਔਰ ਫਿਰ ਇਸ ਚੀਜ਼ ਦਾ ਮੇਰੇ ਕੋਲ ਦੁਬਾਰਾ ਗੱਲ ਕਰਿਓ। ਜਿੱਥੇ ਕਮੀਆਂ ਹੋਣਗੀਆਂ ਆਪਾਂ ਉਹਨੂੰ ਪੂਰੀਆਂ ਕਰਾਂਗੇ, ਜਿੱਥੇ ਹੋ ਗਈਆਂ ਹੋਣਗੀਆਂ ਉੱਥੇ ਤੁਸੀਂ ਲੋਕਾਂ ਤੱਕ ਜਾ ਕੇ ਦਾ ਪ੍ਰਚਾਰ ਕਰੋ ਵੀ ਇਹ ਕੰਮ ਸਰਕਾਰ ਕਰ ਚੁੱਕੀ ਹੈ। ਤੇ 500 ਮੈਂ ਕਿਤੇ ਮੇਰੇ ਖਿਆਲ ਮੀਡੀਆ ਦੇ ਵਿੱਚ ਮੀਡੀਆ ਰਿਪੋਰਟਸ ਪੜ੍ਹਿਆ ਕਿ 535 ਪਤਾ ਨਹੀਂ ਇੱਦਾਂ ਮੈਨੂੰ ਐਗਜ਼ੈਕਟਲੀ ਨਹੀਂ 500 ਪਲੱਸ ਵਾਅਦੇ ਕੀਤੇ ਗਏ ਸੀ 562 ਤੇ 436 ਪਤਾ ਨਹੀਂ 432 ਇੰਨੇ ਕੁ ਕਹਿੰਦੇ ਪੂਰੇ ਹੋਏ ਨੇ। ਲੇਕਿਨ ਪੰਜਾਬੀਆਂ ਨੂੰ ਮੇਰੇ ਖਿਆਲ ਪਤਾ ਲੱਗਦਾ ਹੀ ਨਹੀਂ ਪਿਆ ਪੂਰੇ ਕਿਹੜੇ ਕਿਹੜੇ ਹੋਏ ਨੇ, ਕਿਉਂਕਿ ਪੰਜਾਬ ਦੇ ਵਿੱਚ ਜੋ ਫਿਲਹਾਲ ਹਾਲਾਤ ਬਣੇ ਹੋਏ ਨੇ ਤੁਸੀਂ ਵੀ ਜਾਣੋ। ਤੁਹਾਨੂੰ ਵੀ ਨਹੀਂ ਪਤਾ ਹੋਣੇ 500 ਕਿਹੜੇ ਵਾਅਦੇ ਆ, ਬਿਲਕੁਲ ਮੈਨੂੰ ਵੀ ਨਹੀਂ ਪਤਾ ਹੋਣਾ 500 ਕਿਹੜੇ ਵਾਅਦੇ ਆ। ਲੇਕਿਨ ਅਗਰ ਕੈਪਟਨ ਸਾਹਿਬ ਕਹਿ ਰਹੇ ਆ ਉਹ ਕਿਸੇ ਜ਼ਿੰਮੇਵਾਰੀ ਤਹਿਤ ਕਹਿ ਰਹੇ ਆ, ਉਹਦੇ ਵਿੱਚ 500 ਦੇ ਵਿੱਚ ਕਿਹੜੇ ਕਿਹੜੇ ਵਾਅਦੇ ਸੀਗੇ, ਜਿਵੇਂ ਆਪਣਾ ਤੁਸੀਂ ਕਿਸਾਨ ਕਰਜ਼ਾ ਮਾਫੀ ਆ, ਤੁਸੀਂ ਉਹਦੇ ਵਿੱਚ 100% ਪਾਣੀ ਦੀ ਸਪਲਾਈ ਦੀ ਗੱਲ ਆ, ਉਹਦੇ ਵਿੱਚ ਇੰਸ਼ੋਰੈਂਸ ਦੀ ਗੱਲ ਆ, ਉਹਦੇ ਵਿੱਚ ਪੋਲੀਟੀਕਲ ਇੰਟਰਫੇਰੈਂਸ ਘੱਟ ਕਰਨ ਦੀ ਗੱਲ ਆ, ਉਹਦੇ ਵਿੱਚ ਲਾਲ ਬੱਤੀ ਉਡਾਉਣ ਦੀ ਗੱਲ ਆ, ਉਹਦੇ ਵਿੱਚ ਹਲਕਾ ਇੰਚਾਰਜ ਸਿਸਟਮ ਖਤਮ ਕਰਨ ਦੀ ਗੱਲ ਆ। ਐਂ ਕਰਕੇ ਬੜੀ ਲੰਬੀ ਲਿਸਟ ਆ। ਉਹਦੇ ਵਿੱਚੋਂ ਇਹ ਤਾਂ ਹੋ ਨਹੀਂ ਸਕਦਾ ਭਾਜੀ ਕੋਈ ਵੀ ਪੂਰਾ ਨਹੀਂ ਹੋਇਆ। ਹਾਂ, ਡਿਬੇਟੇਬਲ ਚੀਜ਼ਾਂ ਵਾ, ਆਪਾਂ ਬਹਿ ਕੇ ਇਹਦੇ 'ਤੇ ਡਿਬੇਟ ਰੱਖ ਲਾਂਗੇ ਔਰ ਕੱਲਾ ਕੱਲਾ ਵਾਅਦਾ ਵੀ ਡਿਸਕਸ ਕਰ ਲਾਂਗੇ ਵੀ ਆਹ ਵਾਅਦੇ ਕੀਤੇ ਆ, ਇੰਨੇ ਪੂਰੇ ਕੀਤੇ ਆ, ਅਫਸਰਾਂ ਨੇ ਕੀਤੇ, ਕਾਗਜ਼ਾਂ 'ਚ ਹੋਏ, ਜ਼ਮੀਨ 'ਤੇ ਹੋਏ। ਉਹ ਚੀਜ਼ ਨੂੰ ਯੂਥ ਕਾਂਗਰਸ ਜ਼ਰੂਰ ਬਖੂਬੀ ਵੇਖੂਗੀ ਔਰ ਅਗਰ ਨਹੀਂ ਹੋਏ ਹੋਣਗੇ ਤਾਂ ਉਹਨਾਂ ਨੂੰ ਪੂਰੇ ਕਰੋ। ਅੱਜ ਕਈ ਜਗ੍ਹਾ ਇਹ ਚਰਚਾ ਵੀ ਹੁੰਦੀ ਹੈ, ਕਹਿੰਦੇ ਘਰ ਘਰ ਰੁਜ਼ਗਾਰ ਦਾ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ, ਹਾਲਾਂਕਿ ਤੁਸੀਂ ਮੁੱਦਾ ਚੁੱਕਿਆ ਵੀ ਇਹ ਮੀਟਿੰਗ ਦੇ ਵਿੱਚ, ਤੇ ਕਹਿੰਦੇ ਬਾਕੀਆਂ ਦਾ ਪਤਾ ਨਹੀਂ, ਇੱਕ ਘਰੇ ਰੁਜ਼ਗਾਰ ਦਾ ਪੂਰਾ ਮਿਲਿਆ, ਇੱਕ ਪਾਸੇ ਡੀਜੀਪੀ ਸਾਹਿਬ ਲਾਤੇ, ਦੂਜੇ ਪਾਸੇ ਵਿਨੀ ਮਹਾਜਨ ਮੈਡਮ। ਦੇਖੋ ਇਹੋ ਜਿਹੇ ਸਵਾਲ ਚੁੱਕਣੇ ਮੇਰੇ ਹਿਸਾਬ ਨਾਲ ਉਹਨਾਂ ਦੀ ਕਾਬਲੀਅਤ ਔਰ ਇਸ ਸਿਸਟਮ ਦੇ ਉੱਤੇ ਆ। ਵਿਨੀ ਮਹਾਜਨ ਜੀ ਚੀਫ ਸੈਕਟਰੀ ਆਪਣੀ ਕਾਬਲੀਅਤ 'ਤੇ ਲੱਗੇ, ਡੀਜੀਪੀ ਸਾਹਿਬ ਡੀਜੀਪੀ ਆਪਣੀ ਕਾਬਲੀਅਤ 'ਤੇ ਲੱਗੇ। ਅਗਰ ਆਪਾਂ ਇਹ ਗੱਲਾਂ ਨੂੰ ਜੋੜੀਏ ਤਾਂ ਇਹਦਾ ਮਤਲਬ ਕਦੀ ਹਸਬੈਂਡ ਵਾਈਫ ਨੂੰ ਕਦੀ ਮੌਕਾ ਹੀ ਨਹੀਂ ਮਿਲ ਸਕਦਾ। ਅਗਰ ਇੱਕ ਕਾਬਿਲ ਬੰਦੇ ਆ ਉਹ ਲੱਗ ਗਏ ਆ ਤੇ ਮੇਰੇ ਹਿਸਾਬ ਨਾਲ ਉਹਨਾਂ ਦੀ ਕਾਬਲੀਅਤ ਵੱਲ ਵੇਖਣਾ ਚਾਹੀਦਾ, ਇਹ ਨਹੀਂ ਵੇਖਣਾ ਚਾਹੀਦਾ ਵੀ ਕੋਈ, ਔਰ ਇਹ ਕਦੀ ਹੋਇਆ ਵੀ ਨਹੀਂ, ਇੱਕ ਫਸਟ ਟਾਈਮ ਇਨ ਹਿਸਟਰੀ ਔਰ ਇੱਕ ਜ਼ਬਰਦਸਤ ਮੈਸੇਜ ਆ ਵੀ ਤੁਸੀਂ ਐਜ਼ ਅ ਕਪਲ ਵੀ ਤੁਸੀਂ ਇਸ ਪੋਸਟ 'ਤੇ ਪਹੁੰਚ ਸਕਦੇ ਹੋ। ਨਹੀਂ ਤਾਂ ਕੱਲ੍ਹ ਨੂੰ ਇੱਕ ਕਪਲ ਨੂੰ ਇੱਕ ਆਪਣੀ ਨੌਕਰੀ ਵਾਸਤੇ ਦੂਜੇ ਦੀ ਸੈਕਰੀਫਾਈਸ ਕਰਨਾ ਪੈਂਦਾ ਵਾ। ਸੋ ਇਸ ਕਰਕੇ ਇੰਡੀਵਿਜੂਅਲ ਪਰਸਨੈਲਿਟੀਜ਼ ਆ, ਇੰਡੀਵਿਜੂਅਲ ਡਿਪਾਰਟਮੈਂਟਸ ਆ ਔਰ ਉਸ ਤਰੀਕੇ ਨਾਲ ਉਹਨਾਂ ਨੇ ਫੈਸਲਾ ਕੀਤਾ। ਔਰ ਰਹੀ ਗੱਲ ਇਹ ਤੁਸੀਂ ਘਰ ਘਰ ਰੁਜ਼ਗਾਰ ਦੀ ਗੱਲ ਕਰ ਰਹੇ ਹੋ, ਅੱਜ ਵੀ ਕੈਬਨਿਟ ਦੇ ਵਿੱਚ ਫੈਸਲੇ 50 ਤੋਂ 60 ਹਜ਼ਾਰ ਨੌਕਰੀਆਂ ਸਰਕਾਰ ਅਨਾਊਂਸ ਕਰਨ ਜਾ ਰਹੀ ਆ। 20 ਤੋਂ 25 ਹਜ਼ਾਰ ਪਹਿਲੋਂ ਦੇ ਚੁੱਕੀ ਆ ਸਰਕਾਰੀ, 10 ਲੱਖ ਦੇ ਆਸ-ਪਾਸ ਪ੍ਰਾਈਵੇਟ ਲੋਕਾਂ ਨੂੰ ਨੌਕਰੀ ਮਿਲ ਚੁੱਕੀ ਆ ਪੰਜਾਬ ਦੇ ਵਿੱਚ। ਉਹ ਸਰਕਾਰ ਉਹਦੀ ਫੈਸਿਲੀਟੇਟਰ ਬਣੀ ਆ, ਸਰਕਾਰ ਨੇ ਮਾਹੌਲ ਬਣਾਇਆ। ਲੇਕਿਨ ਇਹ ਗੱਲ ਨੂੰ ਸਮਝਣਾ ਚਾਹੀਦਾ ਆਪਾਂ। ਲੇਕਿਨ ਰੁਜ਼ਗਾਰ ਮੇਲੇ ਤਾਂ ਪਹਿਲਾਂ ਵੀ ਹੁੰਦੇ ਸੀ, ਅਕਾਲੀ ਸਰਕਾਰ ਵੇਲੇ ਵੀ ਹੁੰਦੇ ਰਹੇ ਨੇ। ਬਿਲਕੁਲ ਨਹੀਂ ਹੁੰਦੇ ਸੀ, ਕਦੀ ਨਹੀਂ ਹੋਏ, ਕਦੀ ਸਰਕਾਰਾਂ ਨੇ ਵਿੱਚ ਇੰਟਰਫੇਅਰ ਨਹੀਂ ਕੀਤਾ, ਕਦੀ ਸਰਕਾਰਾਂ ਨੇ ਆਪਣੀ ਸਟੈਂਪ ਨਹੀਂ ਲਾਈ, ਮੇਲੇ ਤਾਂ ਲੱਗਦੇ ਰਹੇ ਨੇ ਪਹਿਲਾਂ ਵੀ। ਉਹੀ ਗੱਲ ਨਾ, ਸਰਕਾਰ ਆਪਣਾ ਡਾਟਾ ਤਿਆਰ ਕਰੇ। ਅਕਾਲੀ ਦਲ ਦੱਸੇ ਕਿੰਨੇ ਰੁਜ਼ਗਾਰ ਦਿਵਾਏ ਉਦੋਂ। ਅਸੀਂ ਅੱਜ ਉਸ ਚੀਜ਼ ਨੂੰ ਮੇਨ ਫਰੇਮ 'ਚ ਲੈ ਕੇ ਗਿਆ। ਇੰਪਲੋਇਮੈਂਟ ਬਿਊਰੋਜ਼ ਬਣੇ ਆ, ਇੰਪਲੋਇਮੈਂਟ ਬਿਊਰੋਜ਼ ਅਫਸਰ ਬੈਠੇ ਆ, ਉਹ ਅਫਸਰ ਜਾ ਕੇ ਕੰਪਨੀਆਂ ਨੂੰ ਲੈ ਕੇ ਆਉਂਦੇ, ਪ੍ਰਾਈਵੇਟ ਕੰਪਨੀਆਂ ਨੂੰ। ਜਦੋਂ ਰੁਜ਼ਗਾਰ ਮੇਲਾ ਲੱਗਦਾ, ਕਾਲਜ ਲਾਉਂਦਾ, ਉੱਥੇ ਹੋਰ ਕੰਪਨੀਆਂ ਨੂੰ ਬੁਲਾਇਆ ਜਾਂਦਾ, ਸਰਕਾਰ ਵੱਲੋਂ ਕੰਪਨੀਜ਼ ਨੂੰ ਬੁਲਾਇਆ ਜਾਂਦਾ ਔਰ ਫਿਰ ਜਾ ਕੇ ਨੌਜਵਾਨਾਂ ਨੂੰ ਇੱਕ ਮੌਕਾ ਦਿੱਤਾ ਜਾਂਦਾ। ਦੇਖੋ, ਹਰੇਕ ਬੰਦੇ ਨੂੰ ਨੌਕਰੀ ਉਹਦੀ ਐਜੂਕੇਸ਼ਨ ਦੇ ਹਿਸਾਬ ਨਾਲ ਮਿਲਣੀ ਆ, ਉਹਦੀ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਮਿਲਣੀ ਆ, ਜਿੰਨੀ ਐਜੂਕੇਸ਼ਨ ਜਿਹਦੀ ਲੋੜ ਹੈਗੀ ਆ। ਹੁਣ ਕੱਲ੍ਹ ਨੂੰ ਕੰਪਨੀ ਦੇ ਵਿੱਚ ਨੌਕਰੀ ਤਾਂ ਸਰਕਾਰ ਦਵਾ ਦੂਗੀ, ਅਗਰ ਕੰਪਨੀ ਦੇ ਵਿੱਚ ਕੰਮ ਨਹੀਂ ਕਰੂਗਾ ਕੰਪਨੀਆਂ ਘਾਟੇ 'ਚ ਥੋੜ੍ਹਾ ਜਾਣਗੀਆਂ। ਸੋ ਇਸ ਕਰਕੇ ਸਰਕਾਰ ਦਾ ਕੰਮ ਆ ਇਨਵੈਸਟਮੈਂਟ ਲੈ ਕੇ ਆਉਣਾ, ਤਾਂ ਕਿ ਇੱਥੇ ਨੌਕਰੀਆਂ, ਫੈਕਟਰੀਆਂ ਆਉਣ, ਤਾਂ ਕਿ ਇੱਥੇ ਪ੍ਰਾਈਵੇਟ ਬਿਜ਼ਨਸ ਵਧੇ ਔਰ ਫਿਰ ਉਹ ਨੌਜਵਾਨਾਂ ਨੂੰ ਉੱਥੇ ਓਪਰਚੁਨਿਟੀ ਮਿਲੇ। 57,000 ਕਰੋੜ ਦੀ ਸਰਕਾਰ ਇਨਵੈਸਟਮੈਂਟ ਔਨ ਪੇਪਰ ਲੈ ਕੇ ਆ ਚੁੱਕੀ ਆ। ਉਹ 57,000 ਕਰੋੜ ਨਾਲ ਕਿੰਨੇ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ, ਇਹ ਸਵਾਲ ਆ ਜੋ ਲੋਕਾਂ ਦੇ ਨੌਜਵਾਨਾਂ ਦੇ ਵਿੱਚ ਜਾਣੇ ਚਾਹੀਦੇ ਆ। ਐਵੇਂ ਕਹਿ ਦੇਣਾ ਹਾਂ ਠੀਕ, ਮੈਂ ਨਹੀਂ ਮੰਨਦਾ 100% ਨੌਜਵਾਨਾਂ ਨੂੰ ਨੌਕਰੀਆਂ ਮਿਲ ਗਈਆਂ। ਕਈ ਮੇਰੇ ਕੋਲ ਨੌਜਵਾਨਾਂ ਦੇ ਫੋਨ ਆਉਂਦੇ ਆ, ਭਾਜੀ ਮੈਨੂੰ ਨੌਕਰੀ ਲਵਾ ਦਿਓ। ਮੈਂ ਪੁੱਛਦਾ ਤੁਸੀਂ ਕੀ ਕਰ ਰਹੇ ਹੋ, ਕਹਿੰਦੇ ਮੈਂ ਫਲਾਨੀ ਜਗ੍ਹਾ ਕੰਮ ਕਰ ਰਿਹਾ। ਕੰਮ ਉਹ ਕਰ ਰਹੇ ਹੁੰਦੇ, ਉਹ ਸੈਟਿਸਫਾਈਡ ਨਹੀਂ ਆ, ਉਹ ਹੋਰ ਵਧੀਆ ਕਰਨਾ ਚਾਹੁੰਦੇ ਆ। ਇਹ ਗੱਲ ਜ਼ਰੂਰ ਹੈਗੀ ਹੈ, ਲੇਕਿਨ ਇਹ ਕਹਿਣਾ ਵੀ ਨੌਕਰੀਆਂ ਨਹੀਂ ਆ ਜਾਂ ਨਹੀਂ ਆ, ਇਹ ਗੱਲ ਗਲਤ ਹੈਗੀ। ਤੇ ਸੁਣਨ 'ਚ ਇਹ ਵੀ ਆਇਆ ਕਿ ਹੁਣ ਜਿਹੜੀ ਫ੍ਰੀ ਮੋਬਾਈਲ ਦੇਣੇ ਸੀ, ਵੰਡਣੇ ਸੀ ਨੌਜਵਾਨਾਂ ਨੂੰ, ਉਹਦੀ ਪਹਿਲੀ ਕਿਸ਼ਤ ਆ ਵੀ ਚੁੱਕੀ ਹੈ। ਉਹ ਚਾਈਨਾ ਤੋਂ ਹੀ ਮੰਗਵਾਏ ਨੇ? ਨਹੀਂ, ਉਹ ਦੇਖੋ ਉਹਦੇ 'ਤੇ ਕੈਪਟਨ ਸਾਹਿਬ ਨੇ ਉਹ ਕੰਪਨੀ ਨੂੰ ਕਲੀਅਰ ਕੀਤਾ ਵੀ ਅਗਰ ਤੁਹਾਡਾ ਕੋਈ ਚਾਈਨਾ ਨਾਲ ਲੈਣ ਦੇਣ ਆ ਤਾਂ ਅਸੀਂ ਤੁਹਾਡੇ ਨਹੀਂ ਲਵਾਂਗੇ। ਉਹਨਾਂ ਨੇ ਰਿਟਰਨ ਵਿੱਚ ਦਿੱਤਾ ਵੀ ਸਾਡਾ ਚਾਈਨਾ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਔਰ ਜਿਹੜੇ ਸਾਡੇ ਮੋਬਾਈਲ ਆਏ ਆ ਉਹ ਆਪਣਾ ਕੀ ਕਹਿੰਦੇ ਇੰਡੀਆ ਦੇ ਨਾਲ ਹੀ ਮੈਨੂਫੈਕਚਰ ਹੋਏ ਆ ਔਰ ਇੱਥੋਂ ਹੀ ਆਏ ਆ। ਅਤੇ ਪਹਿਲੀ ਕਿਸ਼ਤ ਦੇ ਵਿੱਚ ਕਿੰਨੇ ਜਿਹੜੇ ਮੋਬਾਈਲ ਵੰਡੇ ਜਾਣਗੇ? 50,000 ਮੋਬਾਈਲ ਕੁੜੀਆਂ ਤੱਕ ਪਹੁੰਚਾਏ ਜਾਣਗੇ। 50,000? ਹਾਂਜੀ, 50,000। ਅਤੇ ਅੱਛਾ, ਮੇਰਾ ਹੁਣ ਆਖਰੀ ਸਵਾਲ ਕਿ ਤੁਸੀਂ ਕਿਹਾ ਇਲੈਕਸ਼ਨਸ ਦੀ ਗੱਲ ਵੀ ਕੀਤੀ ਸੀ ਤੁਸੀਂ ਮਾਨ, ਇਲੈਕਸ਼ਨਸ ਦੇ ਵਿੱਚ 2022 ਦੀਆਂ ਚੋਣਾਂ ਨੇੜੇ ਆਉਣ ਵਾਲੀਆਂ ਨੇ, ਸਮਾਂ ਜ਼ਿਆਦਾ ਨਹੀਂ ਰਿਹਾ। ਹਾਲਾਂਕਿ ਕਰੋਨਾ ਵਾਇਰਸ ਨੇ ਹੀ ਬਹੁਤ ਜ਼ਿਆਦਾ ਸਮਾਂ, ਪੈਸਾ, ਸਭ ਕੁਝ ਲੋਕਾਂ ਦਾ ਬਰਬਾਦ ਕੀਤਾ, ਸਰਕਾਰਾਂ ਦਾ ਬਰਬਾਦ ਕੀਤਾ ਹੈ। ਅਤੇ ਹੁਣ ਤੁਸੀਂ ਐਜ਼ ਅ ਯੂਥ ਕਿਵੇਂ ਦੇਖਦੇ ਹੋ 2022 ਦੀਆਂ ਚੋਣਾਂ ਨੂੰ, ਜਾਂ ਕੈਪਟਨ ਸਾਹਿਬ ਤੋਂ ਤੁਸੀਂ ਕੀ ਕੁਝ ਜੋ ਡਿਮਾਂਡਸ ਕਹਿ ਲਓ ਜਾਂ ਸੁਜੈਸ਼ਨਸ ਤੁਸੀਂ ਦਿੱਤੇ ਨੇ?
ਇਹੀ ਉਮੀਦ ਆ ਵੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਮਿਲੇ, ਨੌਜਵਾਨਾਂ ਨੂੰ ਅੱਗੇ ਲੈ ਕੇ ਜਾਵੇ। ਜਿਵੇਂ 50% ਉਹਨੇ ਅਸੀਂ ਵੂਮਨ ਇੰਪਾਵਰਮੈਂਟ ਦੀ ਵੀ ਗੱਲ ਕੀਤੀ, ਨੌਜਵਾਨਾਂ ਦੀ ਵੀ ਗੱਲ ਕੀਤੀ, ਔਰ ਇਹੀ ਕੋਸ਼ਿਸ਼ ਆ ਵੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਓਪਰਚੁਨਿਟੀ ਮਿਲੇ, ਨੌਜਵਾਨ ਅੱਗੇ ਆਉਣ, ਕਿਉਂਕਿ ਅੱਜ ਦੇ ਸਮੇਂ 'ਚ ਤੁਹਾਡੀ 60% ਤੋਂ ਵੱਧ ਪਾਪੂਲੇਸ਼ਨ ਨੌਜਵਾਨਾਂ ਦੀ ਆ। ਸੋ ਜਿੰਨਾ ਨੌਜਵਾਨ ਨੇਤਾ ਅੱਗੇ ਆਉਣਗੇ, ਜਿੰਨਾ ਨੌਜਵਾਨ ਲੀਡਰਾਂ ਨੂੰ ਆਪਾਂ ਮੌਕਾ ਦੇਵਾਂਗੇ, ਉਹਨਾਂ ਸਮਾਜ ਦੇ ਵਿੱਚ ਬਿਹਤਰੀ ਔਰ ਜੋਸ਼ ਔਰ ਆਪਣਾ ਨਾਲ ਐਕਸਪੀਰੀਅੰਸ ਵੀ ਰੱਖਣਾ ਚਾਹੀਦਾ। ਇਹ ਨਹੀਂ ਆ ਵੀ ਆਪਾਂ ਸਾਰੇ ਬਜ਼ੁਰਗਾਂ ਨੂੰ ਨਕਾਰ ਦਿਓ ਜਾਂ ਇਹ ਕਰ ਦਿਓ, ਉਹਨਾਂ ਨੂੰ ਵੀ ਨਾਲ ਇੱਕ ਪਰਫੈਕਟ ਕੰਬੀਨੇਸ਼ਨ ਹੋਣਾ ਚਾਹੀਦਾ, ਲੇਕਿਨ ਨੌਜਵਾਨਾਂ ਦੀ ਗਿਣਤੀ ਵਧਣੀ ਚਾਹੀਦੀ ਹੈ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਤਾਂ ਇਹਨੇ ਬਰਿੰਦਰ ਢਿੱਲੋਂ ਕਈ ਮੁੱਦਿਆਂ ਤੇ ਬੇਬਾਕ ਬੋਲੇ ਨੇ, ਪਰ ਜਿਵੇਂ ਅਸੀਂ ਕਹਿੰਦੇ ਹਾਂ ਕਿ ਪੜ੍ਹੇ ਲਿਖੇ ਨੌਜਵਾਨਾਂ ਨੂੰ ਹੁਣ ਸਿਆਸਤ ਦੇ ਵਿੱਚ ਅੱਗੇ ਆਉਣਾ ਚਾਹੀਦਾ ਹੈ, ਤਾਂ ਇਹ ਡਿਮਾਂਡ ਕਹਿ ਲਓ ਜਾਂ ਇਹ ਸੁਝਾਅ ਕਹਿ ਲਓ ਕੈਪਟਨ ਸਾਹਿਬ ਅੱਗੇ ਬਰਿੰਦਰ ਢਿੱਲੋਂ ਵੱਲੋਂ ਰੱਖਿਆ ਵੀ ਗਿਆ ਹੈ। ਪਰ ਆਉਣ ਵਾਲੇ ਦਿਨਾਂ ਵਿੱਚ ਕਿਹੜੇ ਮੁੱਦੇ ਸਿਆਸਤ ਦਾ ਹਿੱਸਾ ਬਣਨਗੇ, ਕਿਹੜੇ ਮੁੱਦਿਆਂ ਨੂੰ ਲੈ ਕੇ ਸਿਆਸਤ ਗਰਮਾਏਗੀ, ਇਹ ਸਮਾਂ ਦੱਸੇਗਾ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਮੋਹਾਲੀ।